ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਅਕਾਊਂਟਿੰਗ ਦੇ ਆਬਜੈਕਟਿਵਸ ਦੀ, ਅਕਾਊਂਟਿੰਗ ਦੀਆਂ ਬ੍ਰਾਂਚਸ ਦੀ, ਅਤੇ ਨਾਲ ਦੀ ਨਾਲ ਇਹ ਵੀ ਦੇਖਾਂਗੇ ਕਿ ਅਕਾਊਂਟਿੰਗ ਸਾਇੰਸ ਹੈ ਜਾਂ ਆਰਟ ਹੈ ਜਾਂ ਇਹ ਦੋਨੋਂ ਚੀਜ਼ਾਂ ਦਾ ਇੱਕ ਮਿਸ਼ਰਣ ਹੈ। ਆਬਜੈਕਟਿਵਸ ਆਫ ਅਕਾਊਂਟਿੰਗ। ਜਦੋਂ ਅਸੀਂ ਅਕਾਊਂਟਿੰਗ ਦੇ ਆਬਜੈਕਟਿਵਸ ਦੀ ਗੱਲ ਕਰਦੇ ਹਾਂ ਤਾਂ ਇਹਦਾ ਭਾਵ ਇਹ ਹੈ ਕਿ ਉਹ ਕਿਹੜੇ ਉਦੇਸ਼ ਨੇ, ਉਹ ਕਿਹੜੇ ਮੰਤਵ ਨੇ ਜਿਨ੍ਹਾਂ ਲਈ ਅਕਾਊਂਟਿੰਗ ਕੀਤੀ ਜਾਂਦੀ ਹੈ, ਜਾਂ ਅਸੀਂ ਇਹ ਕਹੀਏ ਕਿ ਸਾਨੂੰ ਅਕਾਊਂਟਿੰਗ ਕਰਨ ਦੀ ਜ਼ਰੂਰਤ ਪੈਂਦੀ ਹੈ। ਬੁਨਿਆਦੀ ਤੌਰ 'ਤੇ ਨੀਡ ਐਂਡ ਆਬਜੈਕਟਿਵਸ ਇੱਥੇ ਇੱਕੋ ਪ੍ਰਸੰਗ ਵਿੱਚ ਦੇਖੇ ਜਾ ਸਕਦੇ ਨੇ। ਸੋ ਸਭ ਤੋਂ ਪਹਿਲਾ ਜਿਹੜਾ ਆਬਜੈਕਟਿਵ ਹੈ ਅਕਾਊਂਟਿੰਗ ਦਾ ਉਹ ਹੈ ਟੂ ਕੀਪ ਸਿਸਟਮੈਟਿਕ ਰਿਕਾਰਡਸ। ਕੀ ਹੋਣਾ ਸੀ ਜੇ ਅਕਾਊਂਟਿੰਗ ਨਾ ਹੋਵੇ, ਅਸੀਂ ਇਹ ਮੰਨ ਲਈਏ, ਤਾਂ ਸਾਡੀ ਜਿਹੜੀ ਹਿਊਮਨ ਮੈਮਰੀ ਆ ਉਹ ਇੰਨੀ ਬਰਡਨਡ ਹੋ ਜਾਣੀ ਸੀ ਜਿਹਦੇ ਨਾਲ ਇਹ ਸੰਭਵ ਹੀ ਨਹੀਂ ਸੀ ਕਿ ਅਸੀਂ ਸਾਰਾ ਕੁਝ ਮੂੰਹ ਜ਼ਬਾਨੀ ਯਾਦ ਰੱਖ ਸਕੀਏ। ਸੋ ਅਕਾਊਂਟਿੰਗ ਦਾ ਪਹਿਲਾ ਆਬਜੈਕਟਿਵ ਇਹ ਹੈ ਕਿ ਜੋ ਵੀ ਵਪਾਰ ਦੇ ਲੈਣ ਦੇਣ ਨੇ, ਜੋ ਵੀ ਵਪਾਰ ਦੀਆਂ ਟ੍ਰਾਂਜੈਕਸ਼ਨਸ ਨੇ, ਜੋ ਵੀ ਵਪਾਰ ਦੇ ਇਵੈਂਟਸ ਨੇ, ਉਹਨਾਂ ਸਾਰਿਆਂ ਦਾ ਇੱਕ ਨਿਯਮਬੱਧ, ਇੱਕ ਸਹੀ ਤਰੀਕੇ ਨਾਲ ਲੇਖਾ ਜੋਖਾ ਰੱਖਣਾ, ਉਹਨਾਂ ਨੂੰ ਪ੍ਰੋਪਰ ਇਵੈਲੂਏਟ ਕਰਨਾ, ਇਹ ਅਕਾਊਂਟਿੰਗ ਦਾ ਇੱਕ ਬੁਨਿਆਦੀ ਆਬਜੈਕਟਿਵ ਹੈਗਾ। ਐਂਡ ਦੈਟ ਇਜ਼ ਦਾ ਸੋਲ ਰੀਜ਼ਨ that we started the accounting, because it was very tough for the human beings to memorize all the transactions for the particular year। ਇਸੇ ਕਰਕੇ ਸਾਨੇ ਅਕਾਊਂਟਿੰਗ ਦੇ ਜਿਹੜਾ ਸੀ ਸ਼ੁਰੂਆਤ ਕੀਤੀ, ਉਹਨੂੰ ਵਾਈਡਰ ਕੀਤਾ, ਔਰ ਅੱਜ ਦੇ ਸਮੇਂ 'ਚ ਉਹ ਕੰਪਿਊਟਰ ਯੁੱਗ ਦੀ ਅਕਾਊਂਟਿੰਗ ਬਣ ਗਈ। ਸੈਕੰਡ ਆਬਜੈਕਟਿਵ ਹੈਗਾ ਟੂ ਪ੍ਰੋਟੈਕਟ ਦਾ ਬਿਜ਼ਨਸ ਪ੍ਰੋਪਰਟੀਜ਼। ਤੁਸੀਂ ਹੈਰਾਨ ਹੋਵੋਗੇ ਕਿ ਅਕਾਊਂਟਿੰਗ ਬਿਜ਼ਨਸ ਪ੍ਰੋਪਰਟੀਜ਼ ਨੂੰ ਕਿਵੇਂ ਪ੍ਰੋਟੈਕਟ ਕਰਦੀ ਹੈ। ਇਟਸ ਨਾਟ ਦਾ ਅਕਾਊਂਟਿੰਗ ਵਿਚ ਪ੍ਰੋਟੈਕਟਸ, ਬੇਸਿਕਲੀ ਇਹ ਜਿਹੜੇ ਰਿਕਾਰਡ ਨੇ ਅਸੀਂ ਰੱਖਦੇ ਹਾਂ, ਜਿਹੜਾ ਲੇਖਾ ਜੋਖਾ ਰੱਖਦੇ ਹਾਂ, ਉਹ ਬਿਜ਼ਨਸ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਸਾਡੀ ਮਦਦ ਕਰਦਾ। ਕਿਵੇਂ ਮਦਦ ਕਰਦਾ? ਕਿਉਂਕਿ ਸਾਡੇ ਕੋਲੇ ਸਾਰਾ ਹਿਸਾਬ ਆ ਜਾਂਦਾ, ਸਾਡੇ ਕੋਲੇ ਸਾਰੀ ਸਾਹਮਣੇ ਤਸਵੀਰ ਹੁੰਦੀ ਆ, ਸਾਨੂੰ ਪਤਾ ਹੁੰਦਾ ਪ੍ਰੋਪਰਾਈਟਰ ਨੇ ਕਿੰਨਾ ਫੰਡ ਇਨਵੈਸਟ ਕੀਤਾ, ਸਾਡੀਆਂ ਐਸੈਟਸ ਕਿੰਨੀਆਂ ਨੇ, ਸਾਡੀਆਂ ਲਾਇਬਿਲਿਟੀਜ਼ ਕਿੰਨੀਆਂ ਨੇ, ਸਾਡੇ ਡੈਟਰਸ ਕਿੰਨੇ ਨੇ, ਸਾਡੇ ਕ੍ਰੈਡੀਟਰਸ ਕਿੰਨੇ ਨੇ, ਅਸੀਂ ਕਿੰਨਾ ਪੈਸਾ ਕਿਸੇ ਤੋਂ ਲੈਣਾ, ਸਾਡੇ ਖਰਚੇ ਕਿੰਨੇ ਹੋਏ ਨੇ, ਸਾਡਾ ਕੈਸ਼ ਇਨ ਹੈਂਡ ਕਿੰਨਾ ਹੈਗਾ, ਸਾਡਾ ਬੈਂਕ 'ਚ ਕਿੰਨਾ ਪੈਸਾ ਪਿਆ, ਸਾਡੀਆਂ ਫਿਕਸਡ ਐਸੈਟਸ ਕਿੰਨੀਆਂ ਪਈਆਂ ਨੇ, ਸਾਡੇ ਕੋਲੇ ਸਟਾਕ ਕਿੰਨਾ ਪਿਆ। ਜਦੋਂ ਉਹ ਸਾਰੇ ਕੁਝ ਦਾ ਸਾਡੇ ਕੋਲੇ ਰੈਗੂਲਰ ਰਿਕਾਰਡ ਹੋਏਗਾ ਤਾਂ ਉਸ ਪ੍ਰੋਪਰਟੀ ਦੀ, ਬਿਜ਼ਨਸ ਦੇ ਸਾਧਨਾਂ ਦੀ ਕਿਸੇ ਵੀ ਤਰੀਕੇ ਨਾਲ ਨਾ ਕੋਈ ਦੁਰਵਰਤੋਂ ਹੋ ਸਕੇਗੀ, ਨਾ ਕੋਈ ਗਲਤ ਵਰਤੋਂ ਹੋ ਸਕੇਗੀ। ਔਰ ਜਦੋਂ ਇਹ ਅਕਾਊਂਟਿੰਗ ਕੰਪਿਊਟਰ 'ਤੇ ਕੀਤੀ ਜਾਂਦੀ ਆ, ਫਿਰ ਤਾਂ ਮਾਊਸ ਦੇ ਇੱਕ ਕਲਿੱਕ ਨਾਲ ਤੁਹਾਡੇ ਸਾਹਮਣੇ ਸਾਰਾ ਹੀ ਡਾਟਾ ਆ ਜਾਂਦਾ ਕਿ ਤੁਹਾਡੇ ਕੋਲੇ ਕੀ ਆ। ਮਤਲਬ ਤੁਸੀਂ ਪਲ ਪਲ ਦੇ ਉੱਤੇ ਅਕਾਊਂਟਿੰਗ ਦਾ ਹਿਸਾਬ ਰਾਹੀਂ ਆਪਣੇ ਵਪਾਰ ਦੀ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਲੈ ਸਕਦੇ ਹੋ। ਤੀਜਾ ਆਬਜੈਕਟਿਵ ਇਹਦਾ ਹੈਗਾ ਟੂ ਅਸਰਟਨ ਦਾ ਆਪਰੇਸ਼ਨਲ ਪ੍ਰੋਫਿਟ ਔਰ ਲਾਸ। ਅਸੀਂ ਵਪਾਰ ਕਿਉਂ ਕਰਦੇ ਹਾਂ? ਅਸੀਂ ਵਪਾਰ ਤਾਂ ਕਰਦੇ ਹਾਂ ਕਿ ਲਾਭ ਕਮਾ ਸਕੀਏ, ਅਤੇ ਜੇ ਲਾਭ ਹੀ ਨਾ ਹੋਏ ਵਪਾਰ ਕਰਨ ਦਾ ਕੋਈ ਫਾਇਦਾ ਨਹੀਂ। ਅਤੇ ਜਿਹੜੀ ਅਕਾਊਂਟਿੰਗ ਆ ਉਹ ਤੁਹਾਡੀ ਮਦਦ ਕਰਦੀ ਹੈ, ਤੁਹਾਨੂੰ ਗਾਈਡ ਬਣਦੀ ਆ, ਤੁਹਾਨੂੰ ਰਾਹ ਦਿਖਾਉਂਦੀ ਆ ਕਿ ਤੁਹਾਡੇ ਪ੍ਰੋਫਿਟ ਐਂਡ ਲਾਸ ਦੀ ਤੁਸੀਂ ਗਣਨਾ ਕਿਵੇਂ ਕਰਨੀ ਆ। ਤੁਸੀਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਹੋ, ਤੁਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੇ ਹੋ, ਔਰ ਉਸ ਸਮੇਂ ਦੌਰਾਨ ਤੁਸੀਂ ਆਪਣੇ ਲਾਭ ਅਤੇ ਹਾਨੀਆਂ ਦਾ ਹਿਸਾਬ ਲਾ ਲੈਂਦੇ ਹੋ। ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੇ ਬਿਜ਼ਨਸ ਨੇ ਕੀ ਲਾਭ ਕਮਾਇਆ, ਤੁਹਾਡੇ ਬਿਜ਼ਨਸ ਨੂੰ ਕੀ ਹਾਨੀ ਹੋਈ ਆ। ਅਤੇ ਯਾਦ ਇਹ ਰੱਖਣਾ ਕਿ ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਆ, ਇਟ ਇਜ਼ ਆਲਵੇਜ਼ ਅਸਰਟਨਡ ਫਾਰ ਏ ਪਰਟੀਕੂਲਰ ਪੀਰੀਅਡ। ਇਹ ਇੱਕ ਨਿਸ਼ਚਿਤ ਸਮੇਂ ਲਈ ਜਾਣਿਆ ਜਾਂਦਾ, ਅਤੇ ਉਹ ਨਿਸ਼ਚਿਤ ਸਮਾਂ ਕੀ ਹੁੰਦਾ? 1 ਸਾਲ। ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ 1 ਸਾਲ ਹੈ, ਜਿਸ ਨੂੰ ਅਸੀਂ ਫਾਈਨੈਂਸ਼ੀਅਲ ਈਅਰ ਵੀ ਕਹਿੰਦੇ ਹਾਂ, ਜਿਸ ਨੂੰ ਅਸੀਂ ਵਿੱਤੀ ਸਾਲ ਆਖਦੇ ਹਾਂ, ਇਸ ਨੂੰ ਅਕਾਊਂਟਿੰਗ ਈਅਰ ਵੀ ਆਖਿਆ ਜਾਂਦਾ। ਇਹ 1 ਅਪ੍ਰੈਲ ਤੋਂ ਕਿਸੇ ਵੀ ਸਾਲ ਦੀ ਨੂੰ ਸ਼ੁਰੂ ਹੁੰਦਾ ਔਰ 31 ਮਾਰਚ ਨੂੰ ਖਤਮ ਹੁੰਦਾ। ਤਾਂ ਜਦੋਂ ਅਸੀਂ ਨਵੀਆਂ ਵਹੀਆਂ ਲਾਉਣੇ ਆ, ਨਵੀਆਂ ਕਿਤਾਬਾਂ ਲਾਉਣੇ ਆ, ਕਦੋਂ ਲਾਉਣੇ ਆ? 1 ਅਪ੍ਰੈਲ ਨੂੰ। ਅਤੇ ਕਿਤਾਬਾਂ ਦੀ ਸਮਾਪਤੀ ਕਦੋਂ ਕਰਦੇ ਆ? 31 ਮਾਰਚ ਨੂੰ। ਤਾਂ ਜਿਹੜਾ ਪ੍ਰੋਫਿਟ ਐਂਡ ਲਾਸ ਆ ਉਹ ਹਮੇਸ਼ਾ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦੇ ਸਮੇਂ ਲਈ ਦੇਖਿਆ ਜਾਏਗਾ ਕਿ ਇਸ ਸਾਲ ਦੇ ਵਿੱਚ ਅਸੀਂ ਕੀ ਖੱਟਿਆ ਅਤੇ ਕੀ ਗਵਾਇਆ। ਇਸ ਨੂੰ ਅਸੀਂ ਕਹਿੰਦੇ ਆ ਕਿ ਪ੍ਰੋਫਿਟ ਐਂਡ ਲਾਸ ਇਜ਼ ਪ੍ਰਪੇਅਰਡ ਫਾਰ ਏ ਪਰਟੀਕੂਲਰ ਪੀਰੀਅਡ ਆਫ ਟਾਈਮ ਵਿਚ ਇਜ਼ 1 year। ਓਕੇ, ਸੋ ਨੈਕਸਟ ਜਿਹੜਾ ਸਾਡਾ ਆਬਜੈਕਟਿਵ ਹੈਗਾ ਇਸ ਦਾ ਟੂ ਅਸਰਟਨ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਏ ਬਿਜ਼ਨਸ।
ਵਪਾਰ ਦੀ ਵਿੱਤੀ ਸਥਿਤੀ ਦਾ ਪਤਾ ਲਾਉਣਾ। ਪ੍ਰੋਫਿਟ ਐਂਡ ਲਾਸ ਅਸੀਂ ਲਾਉਂਦੇ ਸੀ ਫਾਰ ਏ ਪਰਟੀਕੂਲਰ ਪੀਰੀਅਡ ਆਫ ਟਾਈਮ। ਜਦੋਂ ਅਸੀਂ ਫਾਈਨੈਂਸ਼ੀਅਲ ਪੋਜੀਸ਼ਨ ਦਾ ਪਤਾ ਲਾਵਾਂਗੇ ਇਟ ਇਜ਼ ਔਨ ਏ ਪਰਟੀਕੂਲਰ ਪੁਆਇੰਟ ਆਫ ਟਾਈਮ। ਇਹ ਇੱਕ ਖਾਸ ਤਾਰੀਖ ਨੂੰ ਬਣਾਈ ਜਾਂਦੀ ਆ ਤੇ ਉਹ ਖਾਸ ਤਾਰੀਖ ਆਮ ਹਾਲਾਤਾਂ 'ਚ ਕਿਹੜੀ ਹੁੰਦੀ ਆ? 31 ਮਾਰਚ। ਜਦੋਂ ਫਾਈਨੈਂਸ਼ੀਅਲ ਈਅਰ ਦਾ ਐਂਡ ਹੁੰਦਾ, ਜਦੋਂ ਵਿੱਤੀ ਸਾਲ ਦਾ ਐਂਡ ਹੁੰਦਾ 31 ਮਾਰਚ ਨੂੰ, ਤਾਂ ਵਪਾਰ ਦੀਆਂ 31 ਮਾਰਚ ਨੂੰ ਜਿਹੜੀਆਂ ਬੈਲੈਂਸ ਸ਼ੀਟ ਤਿਆਰ ਕੀਤੀ ਜਾਂਦੀ ਆ ਔਰ ਬੈਲੈਂਸ ਸ਼ੀਟ ਤੋਂ ਤੁਹਾਨੂੰ ਪਤਾ ਲੱਗਦਾ ਤੁਹਾਡੀ ਕੈਪੀਟਲ ਕਿੰਨੀ ਹੈ, ਤੁਹਾਡੀਆਂ ਲਾਇਬਿਲਿਟੀਜ਼ ਕਿੰਨੀਆਂ ਨੇ। ਲਾਇਬਿਲਿਟੀਜ਼ ਤੁਹਾਡੇ ਕ੍ਰੈਡੀਟਰਸ, ਤੁਸੀਂ ਬੈਂਕ ਦੇ ਕਿੰਨੇ ਦੇਣੇ ਆ, ਤੁਸੀਂ ਕੋਈ ਸੈਲਰੀਜ਼ ਪੇਬਲ ਤਾਂ ਨਹੀਂ ਹੈਗੀਆਂ, ਕੋਈ ਵੇਜਸ ਪੇਬਲ ਤਾਂ ਨਹੀਂ ਤੁਹਾਡੇ ਹੈਗੇ, ਕੋਈ ਤੁਹਾਡਾ ਕਿਰਾਇਆ ਤਾਂ ਨਹੀਂ ਦੇਣ ਰਹਿੰਦਾ। ਭਾਵ ਕਿ ਇੱਕ ਪਾਸੇ ਤੁਹਾਡੀਆਂ ਜਿੰਨੀਆਂ ਲਾਇਬਿਲਿਟੀਜ਼ ਨੇ ਉਹ ਆ ਜਾਣਗੀਆਂ, ਨਾਲ ਕੈਪੀਟਲ ਆ ਜਾਓ, ਓਨਰ ਦੀ ਕੈਪੀਟਲ ਕਿੰਨੀ ਹੈ। ਦੂਜੇ ਪਾਸੇ ਤੁਹਾਡੀਆਂ ਐਸਟਸ ਕਿੰਨੀਆਂ ਨੇ, ਤੁਹਾਡੇ ਕੋਲ ਕਿੰਨਾ ਕੈਸ਼ ਆ, ਕਿੰਨਾ ਬੈਂਕ ਆ, ਕਿੰਨੀ ਫਿਕਸਡ ਐਸਟ ਆ, ਕਿੰਨਾ ਫਰਨੀਚਰ ਆ, ਕਿੰਨੇ ਤੁਸੀਂ ਲੋਕਾਂ ਤੋਂ ਲੈਣੇ ਨੇ, ਵਗੈਰਾ ਵਗੈਰਾ ਵਗੈਰਾ। ਸੋ ਬੁਨਿਆਦੀ ਤੌਰ ਤੇ ਇੱਕ ਨਿਸ਼ਚਿਤ ਤਰੀਕ ਨੂੰ ਤੁਸੀਂ ਕੀ ਦੇਖਦੇ ਹੋ? ਵਪਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਦੇ ਹੋ। ਐਂਡ ਫਾਈਨੈਂਸ਼ੀਅਲ ਪੋਜੀਸ਼ਨ ਇਜ਼ ਸੀਨ ਵਾਇਆ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਜਿਹਨੂੰ ਚਿੱਠਾ ਕਹਿੰਦੇ ਨੇ ਪੰਜਾਬੀ 'ਚ, ਉਹ ਤਿਆਰ ਕਰਕੇ ਦੇਖੀ ਜਾਂਦੀ ਆ ਤੇ ਇਹ ਹਮੇਸ਼ਾ 31 ਮਾਰਚ ਨੂੰ ਤਿਆਰ ਕੀਤੀ ਜਾਂਦੀ ਆ ਜਦੋਂ ਵਪਾਰ ਦੇ ਖਾਤੇ ਕਲੋਜ਼ ਕੀਤੇ ਜਾਂਦੇ ਨੇ। ਤੇ ਅਗਲਾ ਆਬਜੈਕਟਿਵ ਹੈਗਾ ਅਕਾਊਂਟਿੰਗ ਦਾ ਟੂ ਫੈਸਿਲਿਟੇਟ ਰੈਸ਼ਨਲ ਡਿਸੀਜਨ ਮੇਕਿੰਗ। ਰੈਸ਼ਨਲ ਹੁੰਦੀ ਆ ਤਰਕ ਵਾਲੀ, ਲੌਜਿਕ ਵਾਲੇ ਫੈਸਲੇ ਲੈਣੇ। ਜਿਹੜੇ ਬਿਜ਼ਨਸ ਦੇ ਮਾਲਕ ਨੇ, ਚਾਹੇ ਉਹ ਇਕੱਲਾ ਮਾਲਕ ਆ, ਚਾਹੇ ਉਹ ਸਾਂਝੇਦਾਰੀ ਵਾਲੇ ਨੇ, ਚਾਹੇ ਕੰਪਨੀ ਦੇ ਡਾਇਰੈਕਟਰ ਨੇ, ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਫੈਸਲੇ ਲੈਣੇ ਹੁੰਦੇ ਨੇ। ਫੈਸਲੇ ਕੀ ਲੈਣੇ ਆ? ਕਿ ਆਪਾਂ ਨਵਾਂ ਕੋਈ ਪ੍ਰੋਡਕਟ ਐਡ ਕਰੀਏ, ਆਪਾਂ ਕੋਈ ਵਿਕਰੀ ਵਧਾਉਣ ਲਈ ਉਪਰਾਲੇ ਕਰੀਏ, ਆਪਾਂ ਨੂੰ ਐਡਵਰਟੀਜ਼ਮੈਂਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ, ਆਪਾਂ ਨੂੰ ਨਵੇਂ ਬੰਦੇ ਰੱਖਣੇ ਚਾਹੀਦੇ ਜਾਂ ਨਹੀਂ ਰੱਖਣੇ ਚਾਹੀਦੇ, ਆਪਾਂ ਨੂੰ ਹੋਰ ਬਿਜਲੀ ਸੰਬੰਧੀ ਕੋਈ ਖਰਚਾ ਤਾਂ ਨਹੀਂ ਵੱਧ ਪੈ ਰਿਹਾ, ਘਟਾਉਣਾ ਚਾਹੀਦਾ, ਜਾਂ ਆਪਾਂ ਨੂੰ ਕੋਈ ਲਾਗਤਾਂ ਕੱਟ ਕਰਨੀਆਂ ਚਾਹੀਦੀਆਂ ਨੇ। ਇਹ ਸਾਰੇ ਫੈਸਲੇ ਕਿਵੇਂ ਲਏ ਜਾਣਗੇ? ਇਹ ਐਂ ਤਾਂ ਲਏ ਨਹੀਂ ਜਾ ਸਕਦੇ ਵੀ ਮਨ 'ਚ ਆਇਆ ਲੈ ਲਓ। ਨੋ, ਇਹਨਾਂ ਫੈਸਲਿਆਂ ਦੇ ਪਿੱਛੇ ਤੁਹਾਡੇ ਕੋਲੇ ਕੋਈ ਡਾਟਾ ਹੋਣਾ ਚਾਹੀਦਾ, ਤੁਹਾਡੇ ਕੋਲੇ ਅੰਕੜੇ ਹੋਣੇ ਚਾਹੀਦੇ ਆ, ਤੁਹਾਡੇ ਕੋਲੇ ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਤੇ ਉਹ ਸਾਰਾ ਡਾਟਾ, ਉਹ ਸਾਰੀ ਇਨਫੋਰਮੇਸ਼ਨ, ਉਹ ਸਾਰੇ ਲੌਜਿਕ ਕਿੱਥੋਂ ਮਿਲਣਗੇ? ਜਿਹੜੀਆਂ ਤੁਸੀਂ ਅਕਾਊਂਟਿੰਗ ਦੁਆਰਾ ਬੈਲੈਂਸ ਸ਼ੀਟਸ ਬਣਾਈਆਂ ਨੇ, ਜਿਹੜੇ ਤੁਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਏ ਨੇ, ਜਿਹੜੀਆਂ ਤੁਸੀਂ ਸਮਰੀਆਂ ਬਣਾਈਆਂ ਨੇ। ਸੋ ਅਕਾਊਂਟਿੰਗ ਦਾ ਇਹ ਵੀ ਬੜਾ ਮਹੱਤਵਪੂਰਨ ਉਦੇਸ਼ ਹੈਗਾ ਕਿ ਅਕਾਊਂਟਿੰਗ ਦੇ ਜ਼ਰੀਏ ਅਸੀਂ ਜਿਹੜਾ ਹੈ ਰੈਸ਼ਨਲ ਡਿਸੀਜਨ ਮੇਕਿੰਗ ਦੇ ਵਿੱਚ ਸਹਾਇਤਾ ਲੈਂਦੇ ਹਾਂ। ਅਸੀਂ ਤੋਂ ਭਾਵ ਜਿਹੜੇ ਵਪਾਰ ਦੇ ਮਾਲਕ ਨੇ ਉਹ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੁੰਦੇ ਨੇ ਕਿ ਜੇ ਉਹਨਾਂ ਦਾ ਅਕਾਊਂਟਿੰਗ ਸਿਸਟਮ ਬਿਹਤਰ ਹੈਗਾ ਤਾਂ ਉਹ ਹਮੇਸ਼ਾ ਬਿਹਤਰ ਫੈਸਲੇ ਲੈ ਸਕਦੇ ਨੇ। ਅੱਗੇ ਆਪਣਾ ਆਉਂਦਾ ਹੈ ਬ੍ਰਾਂਚਸ ਆਫ ਅਕਾਊਂਟਿੰਗ। ਪਿਆਰੇ ਵਿਦਿਆਰਥੀਓ, ਇੱਕ ਗੱਲ ਦਿਮਾਗ 'ਚ ਰੱਖੋ ਕਿ ਅਕਾਊਂਟਿੰਗ ਅਜੇ ਵੀ ਆਪਣੀ ਐਵੋਲੂਸ਼ਨ ਪ੍ਰੋਸੈਸ ਦੇ ਵਿੱਚ ਹੈ। ਅਜੇ ਅਕਾਊਂਟਿੰਗ ਅੰਤਮ ਪੜਾਅ 'ਤੇ ਨਹੀਂ ਪਹੁੰਚੀ, ਵਿਕਾਸ ਹੋ ਰਿਹਾ। ਮੈਂ ਤੁਹਾਨੂੰ ਪਹਿਲੇ ਲੈਕਚਰ 'ਚ ਗੱਲ ਕੀਤੀ ਸੀ ਨਾ ਕਿ ਕਿੱਥੋਂ ਵਟਾਂਦਰਾ ਪ੍ਰਣਾਲੀ ਤੋਂ ਸ਼ੁਰੂ ਹੁੰਦਾ ਕੰਮ ਤੁਰਿਆ ਔਰ ਅੱਜ ਇਹ ਕੰਪਿਊਟਰ ਦੇ ਜ਼ਰੀਏ ਕੰਮ ਪਹੁੰਚ ਚੁੱਕਿਆ ਔਰ ਇਸ ਤੋਂ ਅੱਗੇ ਅਜੇ ਹੋਰ ਸੰਭਾਵਨਾਵਾਂ ਹੈਗੀਆਂ ਨੇ। ਮੁੱਢਲੇ ਤੌਰ ਤੇ ਜਦੋਂ ਮੈਂ ਬ੍ਰਾਂਚਸ ਆਫ ਅਕਾਊਂਟਿੰਗ ਦੀ ਗੱਲ ਕਰਦਾ ਤਾਂ 3 ਬ੍ਰਾਂਚਸ ਅਕਾਊਂਟਿੰਗ ਦੀਆਂ ਸਪਸ਼ਟ ਤੌਰ ਤੇ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ 'ਚ ਪਹਿਲੀ ਹੈ ਫਾਈਨੈਂਸ਼ੀਅਲ ਅਕਾਊਂਟਿੰਗ, ਜਿਸ ਨੂੰ ਅਸੀਂ ਵਿੱਤੀ ਲੇਖਾਕਾਰੀ ਕਹਿੰਦੇ ਆ। ਫਾਈਨੈਂਸ਼ੀਅਲ ਅਕਾਊਂਟਿੰਗ ਕੀ ਆ? ਫਾਈਨੈਂਸ਼ੀਅਲ ਅਕਾਊਂਟਿੰਗ ਜਿਹੜੀ ਮੈਂ ਤੁਹਾਨੂੰ ਬੁਨਿਆਦੀ ਤੌਰ ਤੇ ਅਕਾਊਂਟਿੰਗ ਦੀ ਡੈਫੀਨੇਸ਼ਨ ਦਿੱਤੀ ਹੈ, ਇਹ ਉਹੀ ਆ। ਭਾਵ ਕਿ ਫਾਈਨੈਂਸ਼ੀਅਲ ਅਕਾਊਂਟਿੰਗ ਤੋਂ ਭਾਵ ਉਸ ਅਕਾਊਂਟਿੰਗ ਤੋਂ ਹੈ ਜਿਸ ਦੇ ਰਾਹੀਂ ਅਸੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹਾਂ। ਔਰ ਰਿਕਾਰਡ ਕਿਉਂ ਕਰਦੇ ਹਾਂ? ਸੋ ਦੈਟ ਵੀ ਕੈਨ ਫਾਈਂਡ ਦਾ ਪ੍ਰੋਫਿਟ ਐਂਡ ਲਾਸ ਆਫ ਏ ਬਿਜ਼ਨਸ, ਸੋ ਦੈਟ ਵੀ ਕੈਨ ਗੈਟ ਟੂ ਨੋ ਅਬਾਊਟ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਏ ਬਿਜ਼ਨਸ। ਭਾਵ ਕਿ ਉਹ ਲੇਖਾਕਾਰੀ ਜਿਹੜੀ ਸਾਨੂੰ ਇਹ ਦੱਸਦੀ ਹੈ ਕਿ ਵਪਾਰ ਦੇ ਕੀ ਲਾਭ ਹਾਨ ਹੋਏ ਨੇ, ਵਪਾਰ ਦੀ ਕੀ ਵਿੱਤੀ ਸਥਿਤੀ ਆ, ਤੇ ਇਸ ਦੇ ਵਿੱਚ ਅਸੀਂ ਸਾਰੇ ਵਪਾਰਕ ਲੈਣ ਦੇਣਾਂ ਨੂੰ ਦਰਜ ਕਰਦੇ ਹਾਂ। ਕਿਸ ਮੰਤਵ ਲਈ? ਟੂ ਨੋ ਦਾ ਫਾਈਨੈਂਸ਼ੀਅਲ ਪੋਜੀਸ਼ਨ ਐਂਡ ਟੂ ਨੋ ਦਾ ਪ੍ਰੋਫਿਟ ਐਂਡ ਲਾਸ ਅਕਾਊਂਟ। ਇਹਦੇ ਜ਼ਰੀਏ ਅਸੀਂ ਸਾਰੇ ਫਾਈਨਲ ਅਕਾਊਂਟ ਬਣਾਉਣੇ ਆ। ਜਿਹੜੇ ਫਾਈਨਲ ਅਕਾਊਂਟ ਬਣਾਏ ਜਾਂਦੇ ਨੇ, ਬੈਲੈਂਸ ਸ਼ੀਟ, ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ, ਉਹ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਹਿੱਸਾ ਹੁੰਦੇ ਨੇ। ਔਰ ਫਾਈਨੈਂਸ਼ੀਅਲ ਅਕਾਊਂਟਿੰਗ ਹੀ ਮੁੱਢਲੇ ਤੌਰ ਤੇ ਜਿਹੜੇ ਆਮ ਵਪਾਰਕ ਅਦਾਰੇ ਨੇ ਉਹਨਾਂ ਦੁਆਰਾ ਮੇਨਟੇਨ ਜਿਹੜੀ ਹੈ ਕੀਤੀ ਜਾਂਦੀ ਆ, ਰੱਖੀ ਜਾਂਦੀ ਆ। ਉਹਦੇ 'ਚ ਜਰਨਲ, ਲੈਜਰ, ਕੈਸ਼ ਬੁੱਕ, ਇਹ ਸਾਰਾ ਕੁਝ ਲੱਗਦਾ। ਦੂਜੀ ਹੈਗੀ ਆ ਸਾਡੀ ਕਾਸਟ ਅਕਾਊਂਟਿੰਗ।
ਇਹਦਾ ਨਾਮ ਹੀ ਦੱਸਦਾ, ਕਾਸਟ ਤੋਂ ਭਾਵ ਹੁੰਦੀ ਹੈ ਲਾਗਤ। ਲਾਗਤ ਲੇਖਾਕਾਰੀ ਇਹ ਬੁਨਿਆਦੀ ਤੌਰ ਤੇ ਉਹਨਾਂ ਅਦਾਰਿਆਂ ਦੇ ਵਿੱਚ ਮੇਨਟੇਨ ਕੀਤੀ ਜਾਂਦੀ ਆ ਜਿੱਥੇ ਕੋਈ ਪ੍ਰੋਡਕਸ਼ਨ ਹੁੰਦੀ ਆ। ਉਹ ਪ੍ਰੋਡਕਸ਼ਨ ਪ੍ਰੋਡਕਟ ਦੀ ਵੀ ਹੋ ਸਕਦੀ ਆ, ਉਹ ਪ੍ਰੋਡਕਸ਼ਨ ਸਰਵਿਸਿਜ਼ ਦੀ ਵੀ ਹੋ ਸਕਦੀ ਹੈ, ਜਾਂ ਸੇਵਾਵਾਂ ਜਾਂ ਵਸਤਾਂ ਦਾ ਜਿੱਥੇ ਉਤਪਾਦਨ ਹੁੰਦਾ। ਉੱਥੇ ਅਸੀਂ ਕੀ ਦੇਖਣਾ, ਅਸੀਂ ਕਲਾਸੀਫਿਕੇਸ਼ਨ ਕਰਨੀ ਹੈ, ਰਿਕਾਰਡਿੰਗ ਕਰਨੀ ਹੈ, ਐਲੋਕੇਸ਼ਨ ਕਰਨੀ ਹੈ, ਸਮਰਾਈਜੇਸ਼ਨ ਕਰਨੀ ਹੈ। ਕਾਹਦੀ? ਸਾਡੀ ਕਰੰਟ ਕਾਸਟ ਕੀ ਆ, ਬਜਟਡ ਕਾਸਟ ਕੀ ਹੋਏਗੀ, ਸਾਡੀ ਅੱਜ ਕੀ ਲਾਗਤ ਪੈ ਰਹੀ ਆ, ਭਵਿੱਖ ਵਿੱਚ ਸਾਡੀ ਕੀ ਲਾਗਤ ਹੋਏਗੀ। ਤੁਸੀਂ ਲਾਗਤ ਕਿਉਂ ਦੇਖਣੀ ਆ? ਭਲਾ ਲਾਗਤ ਤੁਸੀਂ ਤਾਂ ਦੇਖਣੀ ਆ ਤਾਂ ਜੋ ਤੁਸੀਂ ਸੇਲ ਪ੍ਰਾਈਸ ਨਿਰਧਾਰਿਤ ਕਰ ਸਕੋ। ਜੇ ਤੁਹਾਨੂੰ ਕਿਸੇ ਚੀਜ਼ ਦੀ ਲਾਗਤ ਹੀ ਨਹੀਂ ਪਤਾ ਹੋਏਗੀ ਫਿਰ ਕੀ ਹੋਏਗਾ? ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਆਪਣਾ ਪ੍ਰੋਡਕਟ ਕਿਵੇਂ ਵੇਚੀਏ। ਆਮ ਤੌਰ ਤੇ ਨਾ ਐਗਰੀਕਲਚਰ ਜਿਹੜੀ ਸਾਡਾ ਵਰਗ ਹੈ ਉਹਦੇ ਬਾਰੇ ਕਿਹਾ ਜਾਂਦਾ ਕਿ ਜਿਹੜਾ ਸਾਡਾ ਕਿਸਾਨ ਆ ਉਹਨੂੰ ਆਪਣੀਆਂ ਲਾਗਤਾਂ ਦਾ ਕੋਈ ਹਿਸਾਬ ਨਹੀਂ, ਉਹ ਕਦੇ ਲੇਖਾ ਨਹੀਂ ਰੱਖਦਾ ਕਿ ਉਹਨੇ ਜਿਹੜਾ ਹੈ ਆਪਣੀ ਲੇਬਰ ਕਿੰਨੇ ਦੀ ਖਰਚ ਕੀਤੀ, ਉਹਨੇ ਆਪਣੇ ਘਰਦਿਆਂ ਦੀਆਂ ਸੇਵਾਵਾਂ ਲਈਆਂ, ਉਹਨੇ ਆਪਣਾ ਟਰੈਕਟਰ ਦੀਆਂ ਸੇਵਾਵਾਂ ਲਈਆਂ, ਉਹਨੇ ਬੀਜ ਲਿਆਂਦੇ, ਰੇਹ ਲਿਆਂਦੀ, ਇਹ ਸਾਰੀਆਂ ਲਾਗਤਾਂ ਜੋੜ ਕੇ ਫਿਰ ਅਸੀਂ ਦੇਖੀਏ ਕਿੰਨੇ ਦਾ ਵੇਚਿਆ, ਫੇਰ ਹੀ ਪ੍ਰੋਫਿਟ ਪਤਾ ਲੱਗੂ। ਤਾਂ ਲਾਗਤ ਲੇਖਾਕਾਰੀ ਸਾਨੂੰ ਇਹ ਦੱਸਦੀ ਆ ਕਿ ਭਾਈ ਸਾਡਾ ਖਰਚਾ ਖੇਚਲ ਕਿੰਨਾ ਹੋਇਆ, ਸਾਨੂੰ ਆਮਦਨ ਕਿੰਨੀ ਹੋਈ, ਔਰ ਇਹ ਲਾਗਤ ਦੇ ਜ਼ਰੀਏ ਹੀ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਬਿਹਤਰ ਕੰਟਰੋਲ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡਾ ਖਰਚਾ ਕੀ ਆਇਆ, ਤੁਹਾਨੂੰ ਬਣਿਆ ਕੀ। ਜੇ ਖਰਚਾ ਵੱਧ ਆਈ ਜਾਂਦਾ ਬਟਕ ਘੱਟ ਆ ਤਾਂ ਫਿਰ ਉਹੋ ਜਿਹੇ ਵਪਾਰ ਨੂੰ ਕਰਨ ਦਾ ਕੋਈ ਫਾਇਦਾ ਨਹੀਂ। ਸੋ ਕਾਸਟ ਅਕਾਊਂਟਿੰਗ is concerned with the ascertainment of the cost of product or the cost of services। ਇਹ ਪਤਾ ਲਾਉਣਾ, ਇਹ ਜਾਣਕਾਰੀ ਲੈਣੀ ਕਿ ਸਾਡੀਆਂ ਵਸਤਾਂ ਜਾਂ ਸੇਵਾਵਾਂ ਦੀ ਕੀ ਲਾਗਤ ਹੈ। ਅਗਲੀ ਹੈ ਮੈਨੇਜਮੈਂਟ ਅਕਾਊਂਟਿੰਗ, ਪ੍ਰਬੰਧਕੀ ਲੇਖਾਕਾਰੀ। ਮੈਨੇਜਮੈਂਟ ਅਕਾਊਂਟਿੰਗ ਬੁਨਿਆਦੀ ਤੌਰ ਤੇ ਆਪਣੇ ਆਪ 'ਚ ਕੋਈ ਅਕਾਊਂਟਿੰਗ ਨਹੀਂ। ਮੈਨੇਜਮੈਂਟ ਅਕਾਊਂਟਿੰਗ ਇਜ਼ ਬੇਸਿਕਲੀ ਦ ਇਨਫੋਰਮੇਸ਼ਨ and accounting used by the management for its decision making। ਜੋ ਵੀ ਇਨਫੋਰਮੇਸ਼ਨ, ਚਾਹੇ ਉਹ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਆ, ਚਾਹੇ ਉਹ ਕਾਸਟ ਅਕਾਊਂਟਿੰਗ ਦੀ ਆ, ਉਹ ਜਿਹੜੀ ਵੀ ਮੈਨੇਜਮੈਂਟ ਦੁਆਰਾ ਆਪਣੇ ਫੈਸਲੇ ਲੈਣ ਵਿੱਚ ਵਰਤੀ ਜਾਂਦੀ ਆ ਉਹਨੂੰ ਅਸੀਂ ਮੈਨੇਜਮੈਂਟ ਅਕਾਊਂਟਿੰਗ ਕਹਿ ਦਿੰਦੇ ਆ। ਯੈਸ, ਮੈਨੇਜਮੈਂਟ ਅਕਾਊਂਟਿੰਗ 'ਚ ਇੱਕ ਐਡੀਸ਼ਨ ਆ। ਉਹ ਐਡੀਸ਼ਨ ਕੀ ਆ ਕਿ ਕੁਝ ਟੂਲਸ ਹੈਗੇ ਨੇ, ਕੁਝ ਟੈਕਨੀਕਸ ਹੈਗੀਆਂ ਨੇ ਜਿਹੜੀਆਂ ਮੈਨੇਜਮੈਂਟ ਨੂੰ ਫੈਸਲੇ ਲੈਣ ਵਿੱਚ ਸਹਾਇਤਾ ਕਰਦੀਆਂ। ਕਿਵੇਂ? ਕੁਝ ਰੇਸ਼ੀਓਜ਼ ਨੂੰ ਕੈਲਕੂਲੇਟ ਕਰ ਦੇਣਾ, ਕੁਝ ਫੰਡਸ ਦੀ ਫਲੋ ਨੂੰ ਚੈੱਕ ਕਰ ਲੈਣਾ, ਇਸੇ ਤਰ੍ਹਾਂ ਕੋਈ ਟ੍ਰੈਂਡ ਨੂੰ ਦੇਖ ਲੈਣਾ ਕਿ ਕਿਸੇ ਚੀਜ਼ ਦਾ ਟ੍ਰੈਂਡ ਕੀ ਆ। ਆਪਾਂ ਕਹਿੰਦੇ ਜੀ ਇਨਕਰੀਜ਼ਿੰਗ ਟ੍ਰੈਂਡ ਆ ਕਿ ਵੱਧ ਰਹੀਆਂ ਨੇ ਜੀ, ਜਾਂ ਡਿਕਰੀਜ਼ਿੰਗ ਟ੍ਰੈਂਡ ਆ, ਕੋਈ ਚੀਜ਼ ਘਟ ਰਹੀ ਆ। ਤਾਂ ਬੁਨਿਆਦੀ ਤੌਰ ਤੇ ਉਹ 3 4 5 ਟੂਲਸ ਲਾ ਕੇ ਮੈਨੇਜਮੈਂਟ ਜਿਹੜੀ ਆ ਆਪਣੇ ਫੈਸਲੇ ਲੈਂਦੀ ਆ। ਤਾਂ ਜੇ ਅਸੀਂ ਡਿਫਾਈਨ ਕਰਨਾ ਹੋਵੇ ਅਸੀਂ ਕਹਾਂਗੇ ਮੈਨੇਜਮੈਂਟ ਅਕਾਊਂਟਿੰਗ ਇਜ਼ ਦੈਟ ਪਾਰਟ ਆਫ ਅਕਾਊਂਟਿੰਗ ਵਿਚ ਇਜ਼ ਯੂਜ਼ਫੁਲ ਫਾਰ ਦਾ ਮੈਨੇਜਮੈਂਟ ਫਾਰ ਇਟਸ ਡਿਸੀਜ਼ਨ ਮੇਕਿੰਗ। ਕਿ ਮੈਨੇਜਮੈਂਟ ਜਾਂ ਪ੍ਰਬੰਧਕੀ ਲੇਖਾਕਾਰੀ ਦੀ ਉਹ ਸ਼ਾਖਾ ਹੈ ਜੋ ਪ੍ਰਬੰਧ ਦੁਆਰਾ ਆਪਣੇ ਫੈਸਲੇ ਲੈਣ ਲਈ ਵਰਤੀ ਜਾਂਦੀ ਹੈ। ਇਹ 3 ਮੁੱਖ ਨੇ, ਪਰ ਹੋਰ ਬੜੀਆਂ ਅਕਾਊਂਟਿੰਗ ਅੱਜ ਕੱਲ੍ਹ ਆ ਗਈਆਂ। ਇਨਫਲੇਸ਼ਨ ਅਕਾਊਂਟਿੰਗ ਆ ਗਈ ਕਿ ਕੀਮਤਾਂ ਦੇ ਵਾਧੇ ਦੀ ਲੇਖਾਕਾਰੀ ਕੀਤੀ ਜਾਵੇ। ਹਿਊਮਨ ਰਿਸੋਰਸ ਅਕਾਊਂਟਿੰਗ ਆ ਗਈ, ਮਨੁੱਖਾਂ ਦੇ ਮੁੱਲ ਪਾਓ। ਕਹਿੰਦੇ ਜਿਹੜੀ ਤੁਹਾਡੀ ਸੰਸਥਾ 'ਚ ਮਨੁੱਖ ਕੰਮ ਕਰਦੇ ਨੇ ਬੜੇ ਮਹੱਤਵਪੂਰਨ ਨੇ, ਉਹਨਾਂ ਦਾ ਵੀ ਕੋਈ ਨਾ ਕੋਈ ਮੁੱਲ ਪੈਣਾ ਚਾਹੀਦਾ। ਜੇ ਇੱਕ ਚੰਗਾ ਬੰਦਾ ਸੰਸਥਾ ਛੱਡ ਕੇ ਚਲਾ ਜਾਵੇ ਬੜਾ ਘਾਟਾ ਪੈ ਜਾਂਦਾ। ਤਾਂ ਉਹ ਕਹਿੰਦੇ ਇਹਦਾ ਮਤਲਬ ਬੰਦੇ ਦੀ ਇੱਕ ਆਪਣੀ ਕੀਮਤ ਹੈਗੀ ਆ। ਇੱਦਾਂ ਹੀ ਸਾਡੇ ਕੋਲੇ ਵੈਲਿਊ ਐਡਡ ਅਕਾਊਂਟਿੰਗ ਆ ਗਈ, ਇੱਦਾਂ ਹੀ ਸਾਡੇ ਕੋਲੇ ਟੈਕਸ ਅਕਾਊਂਟਿੰਗ ਹੈਗੀ ਆ। ਤਾਂ ਕਈ ਤਰ੍ਹਾਂ ਦੀਆਂ ਹੋਰ ਅਕਾਊਂਟਿੰਗ ਵੀ ਹੈਗੀਆਂ ਨੇ, ਪਰ ਤੁਹਾਡੇ ਮਤਲਬ ਲਈ ਬਿਗਨਰਸ ਲਈ ਸਾਨੂੰ 3 ਕਿਸਮ ਦੀਆਂ ਸ਼੍ਰੇਣੀਆਂ ਜਾਣ ਲੈਣਾ ਹੀ ਕਾਫੀ ਹੋਵੇਗਾ। ਹੁਣ ਸਾਡਾ ਅਗਲਾ ਸਵਾਲ ਹੈ ਕਿ ਅਕਾਊਂਟਿੰਗ ਸਾਇੰਸ ਹੈ ਜਾਂ ਆਰਟ ਹੈ ਜਾਂ ਦੋਨੋਂ ਨੇ। ਪਿਆਰੇ ਵਿਦਿਆਰਥੀਓ, ਤੁਸੀਂ ਪਹਿਲੀਆਂ ਜਮਾਤਾਂ ਵਿੱਚ ਸਾਇੰਸ ਬਾਰੇ ਜ਼ਰੂਰ ਪੜ੍ਹਿਆ ਹੋਵੇਗਾ ਕਿ ਸਾਇੰਸ ਕੀ ਆ। ਜੇ ਮੈਂ ਬੜੇ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਸਾਇੰਸ ਕੀ ਹੈ ਤਾਂ ਮੈਂ ਕਹਾਂਗਾ ਸਾਇੰਸ ਇਜ਼ ਅ ਸਿਸਟੇਮੈਟਾਈਜ਼ਡ ਬਾਡੀ ਆਫ ਨੌਲੇਜ which tells us the cause and effect relationship and the results of which are true everywhere। ਭਾਵ ਕਿ ਵਿਗਿਆਨ ਉਹ ਹੈ ਜੋ ਸਾਨੂੰ ਕਿਸੇ ਚੀਜ਼ ਦਾ ਕਾਰਨ ਅਤੇ ਉਹਦਾ ਅਸਰ ਦੱਸਦੀ ਆ, ਤੇ ਵਿਗਿਆਨ ਦੇ ਜਿਹੜੇ ਸਿਧਾਂਤ ਨੇ ਉਹ ਹਰ ਜਗ੍ਹਾ ਤੇ ਪੂਰੀ ਤਰ੍ਹਾਂ ਸੱਚੇ ਨੇ। ਭਾਵ ਕਿ ਜੇ ਮੈਂ ਉਦਾਹਰਨ ਦੇਵਾਂ ਸਾਇੰਸ ਦੀ ਕਿ ਤੁਸੀਂ ਹਾਈਡਰੋਜਨ ਅਤੇ ਆਕਸੀਜਨ
ਜਿੱਥੇ ਵੀ ਮਰਜ਼ੀ ਮਿਲਾ ਲਓ ਜਾ ਕੇ ਅੰਡਰ ਦਾ ਸੇਮ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਅੰਡਰ ਅਦਰ ਸੇਮ ਕੰਡੀਸ਼ਨਸ, ਤਾਂ ਉਹ ਪਾਣੀ ਹੀ ਬਣੇਗਾ। ਤਾਂ ਸਾਇੰਸ ਕੀ ਹੈ ਬੁਨਿਆਦੀ ਤੌਰ ਤੇ ਕਿ ਜਿਸ ਦੇ ਨਿਯਮ ਪੱਕੇ ਨੇ, ਹਰ ਥਾਂ ਤੇ ਇੱਕੋ ਜਿਹੇ ਨੇ, ਉਸੇ ਰੂਪ 'ਚ ਲਾਗੂ ਹੁੰਦੇ ਨੇ, ਉਹ ਕਿਸੇ ਵੀ ਅਵਸਥਾ ਵਿੱਚ ਬਦਲਦੇ ਨਹੀਂ, ਉਹਨੂੰ ਅਸੀਂ ਸਾਇੰਸ ਕਹਿ ਦਿੰਦੇ ਹਾਂ। ਆਰਟ ਕੀ ਆ? ਆਰਟ ਹੈਗਾ ਤੁਹਾਡਾ ਹੁਨਰ, ਜਿਹੜੀ ਚੀਜ਼ ਤੁਹਾਨੂੰ ਪ੍ਰੈਕਟਿਸ ਨਾਲ ਆਉਂਦੀ ਆ, ਹੈ ਨਾ। ਅੱਛਾ ਗਾਇਕ ਆ, ਉਹ ਜਿੰਨਾ ਅਭਿਆਸ ਕਰੀ ਜਾਊਗਾ ਆਰਟਿਸਟ ਬਣ ਜੂ। ਸਵਿਮਿੰਗ ਹੈ, ਤੈਰਨਾ, ਆਰਟ ਹੈਗੀ ਆ, ਜਿੰਨੀ ਤੁਸੀਂ ਪ੍ਰੈਕਟਿਸ ਕਰੀ ਜਾਓਗੇ ਉਹਨਾਂ ਤੁਸੀਂ ਬਿਹਤਰ ਸਵਿਮਰ ਬਣ ਜਾਓਗੇ। ਇੱਦਾਂ ਹੀ ਲੈਕਚਰ ਦੇਣੇ ਆਰਟ ਹੈਗਾ, ਜਿੰਨਾ ਤੁਸੀਂ ਪ੍ਰੈਕਟਿਸ ਕਰ ਲਓਗੇ ਤੁਸੀਂ ਆਰਟ ਨੂੰ ਓਨਾ ਹੀ ਰਿਫਾਈਨ ਕਰ ਲਓਗੇ। ਤਾਂ ਬੁਨਿਆਦੀ ਤੌਰ ਤੇ ਜੇ ਮੈਂ ਕਹਿਣਾ ਹੋਵੇ ਆਰਟ ਕੀ ਹੈ, ਕਿ ਆਰਟ ਕਿਸੇ ਵੀ ਵਿਅਕਤੀ ਦੀ ਉਹ ਸਕਿੱਲ ਹੈ ਜਿਹੜੀ ਪ੍ਰੈਕਟਿਸ ਦੇ ਨਾਲ ਨਿਖਰਦੀ ਹੈ, ਜਿਸ ਦੇ ਵਿੱਚ ਪ੍ਰੈਕਟਿਸ ਦੇ ਨਾਲ ਹੋਰ ਬਿਹਤਰ ਗੁਣਵੱਤਾ ਆਉਂਦੀ ਹੈ। ਹੁਣ ਸਵਾਲ ਆ ਕਿ ਸਾਡੀ ਅਕਾਊਂਟਿੰਗ ਆਰਟ ਆ ਜਾਂ ਸਾਇੰਸ ਆ, ਜਾਂ ਦੋਨੋਂ ਨੇ। ਅਕਾਊਂਟਿੰਗ ਦੇ ਪ੍ਰਿੰਸੀਪਲਸ ਹੈਗੇ ਨੇ, ਆਪਾਂ ਪਹਿਲਾਂ ਵੀ ਪੜ੍ਹੇ ਨੇ, ਕੁਝ ਦੇਖੇ ਨੇ, ਔਰ ਅੱਗੇ ਜਾ ਕੇ ਹੋਰ ਦੇਖਾਂਗੇ। ਦੁਨੀਆ ਭਰ ਦੇ ਵਿੱਚ ਅਕਾਊਂਟਿੰਗ ਦਾ ਇਹੀ ਪੈਟਰਨ ਆ, ਰਿਕਾਰਡਿੰਗ ਕੀਤੀ ਜਾਂਦੀ ਆ, ਕਲਾਸੀਫਿਕੇਸ਼ਨ ਕੀਤੀ ਜਾਂਦੀ ਆ, ਸਮਰੀਆਂ ਬਣਾਈਆਂ ਜਾਂਦੀਆਂ ਨੇ, ਇੰਟਰਪ੍ਰੀਟੇਸ਼ਨ ਕੀਤੀ ਜਾਂਦੀ ਹੈ। ਇੱਦਾਂ ਹੀ ਮੈਂ ਕੁਝ ਅਕਾਊਂਟਿੰਗ ਦੇ ਕਨਸੈਪਟਸ ਐਂਡ ਕਨਵੈਨਸ਼ਨਸ ਵੀ ਤੁਹਾਨੂੰ ਅਗਲੇ ਲੈਕਚਰਾਂ 'ਚ ਡਿਸਕਸ ਕਰਾਂਗਾ। ਤਾਂ ਉਹ ਵੀ ਜਿਹੜੇ ਨੇ ਉਹ ਨਿਯਮ ਨੇ, ਪਰ ਸਵਾਲ ਇਹ ਹੈਗਾ ਕਿ ਜਦੋਂ ਇਹਨਾਂ ਨਿਯਮਾਂ ਨੂੰ ਲਾਗੂ ਕਰਨਾ, ਇਹ ਉਸ ਰੂਪ 'ਚ ਲਾਗੂ ਨਹੀਂ ਹੋ ਸਕਦੇ ਬਿਲਕੁਲ। ਜੇ ਆਪਾਂ ਕਹੀਏ ਕਿ ਇੱਥੇ ਵੀ ਉਹੀ ਲਾਗੂ ਹੋ ਜਾਣ, ਕਿਸੇ ਦੂਜੇ ਅਦਾਰੇ 'ਚ ਵੀ ਉਵੇਂ ਹੋ ਜਾਣ, ਦੂਜੇ ਦੇਸ਼ 'ਚ ਵੀ ਉਵੇਂ ਹੋ ਜਾਣ, ਨਹੀਂ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਅਕਾਊਂਟਿੰਗ ਦੇ ਜਿਹੜੇ ਨਿਯਮ ਨੇ, ਜਿਹੜੇ ਦੇ ਪ੍ਰਿੰਸੀਪਲਸ ਨੇ, ਉਹਨਾਂ ਨੂੰ ਲਾਗੂ ਕਿਹਨੇ ਕਰਨਾ? ਮਨੁੱਖਾਂ ਨੇ ਕਰਨਾ। ਤੇ ਜਿੱਥੇ ਮਨੁੱਖੀ ਸੁਭਾਅ ਆ ਗਿਆ ਉੱਥੇ ਵੇਰੀਏਸ਼ਨ ਆਏਗੀ, ਉੱਥੇ ਥੋੜ੍ਹੀ ਬਹੁਤੀ ਤਬਦੀਲੀ ਆਏਗੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਕਾਊਂਟਿੰਗ ਸਾਇੰਸ ਤਾਂ ਹੈਗੀ ਆ, ਪਰ ਪਿਓਰ ਸਾਇੰਸ ਨਹੀਂ ਹੈਗੀ, ਜਿਵੇਂ ਫਿਜ਼ਿਕਸ ਹੈਗੀ ਆ, ਜਿਵੇਂ ਕੈਮਿਸਟਰੀ ਹੈਗੀ ਆ, ਜਾਂ ਜਿਵੇਂ ਮੈਥ ਹੈਗਾ। ਹੁਣ ਆਰਟ ਕੀ ਹਰ ਬੰਦਾ ਅਕਾਊਂਟਿੰਗ ਨੂੰ ਪੜ੍ਹਦੇ ਸਾਰ ਅਕਾਊਂਟੈਂਟ ਬਣ ਜਾਂਦਾ? ਨਹੀਂ ਬਣਦਾ। ਜਿੰਨੀ ਉਹ ਅਭਿਆਸ ਕਰੀ ਜਾਂਦਾ ਅਕਾਊਂਟਿੰਗ ਦਾ, ਜਿੰਨੇ ਉਹਦੇ ਕੰਮ ਹੱਥੋਂ ਲੰਘੀ ਜਾਂਦੇ ਨੇ, ਓਨਾ ਹੀ ਉਹ ਬਿਹਤਰ ਜਿਹੜਾ ਹੈ ਅਕਾਊਂਟੈਂਟ ਬਣਦਾ। ਤਾਂ ਇਹ ਕਿਹਾ ਜਾਂਦਾ ਕਿ ਪ੍ਰੈਕਟਿਸ ਨਾਲ ਜਿਹੜੀ ਅਕਾਊਂਟਿੰਗ ਆ ਤੁਹਾਨੂੰ ਬਿਹਤਰ ਆਉਂਦੀ ਆ, ਤੁਸੀਂ ਅਕਾਊਂਟਿੰਗ ਦੇ ਮਾਸਟਰ ਬਣਦੇ ਹੋ। ਤਾਂ ਅਸੀਂ ਫਿਰ ਨਿਚੋੜ ਕੇ ਕੱਢੀਏ ਕਿ ਅਕਾਊਂਟਿੰਗ ਆਰਟ ਵੀ ਹੈਗੀ ਆ, ਸਾਇੰਸ ਵੀ ਹੈਗੀ ਆ, ਪਰ ਇਹ ਪਿਓਰ ਸਾਇੰਸ ਨਹੀਂ। ਸੋ ਅਕਾਊਂਟਿੰਗ ਇਜ਼ ਬੋਥ ਆਰਟ ਐਂਡ ਸਾਇੰਸ, ਬਟ ਇਟ ਇਜ਼ ਨਾਟ ਏ ਪਿਓਰ ਸਾਇੰਸ। ਇਹ ਸ਼ੁੱਧ ਵਿਗਿਆਨ ਨਹੀਂ ਹੈ। ਸੋ ਅੱਜ ਲਈ ਪਿਆਰੇ ਵਿਦਿਆਰਥੀਓ ਇੰਨਾ ਹੀ ਕਾਫੀ ਹੈ। ਇਸ ਇੰਟਰੋਡਕਸ਼ਨ ਦਾ ਅਗਲਾ ਹਿੱਸਾ ਅਸੀਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਤੁਸੀਂ ਮੇਰਾ ਚੈਨਲ ਸਿਰਜਣਾ ਟੀਵੀ YouTube ਦੇ ਉੱਪਰ ਸਬਸਕ੍ਰਾਈਬ ਕਰੋ ਅਤੇ ਲਗਾਤਾਰ ਤੁਹਾਨੂੰ ਇਸ ਤਰ੍ਹਾਂ ਦੀਆਂ ਗਿਆਨਵਰਧਕ ਵੀਡੀਓਜ਼ ਜਿਹੜੀਆਂ ਨੇ ਉਹ ਉਪਲਬਧ ਹੋਣਗੀਆਂ। ਆਲ ਦਾ ਬੈਸਟ। ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਕਰੇ। ਪੜ੍ਹੋ, ਮਿਹਨਤ ਕਰੋ, ਆਪਣੇ ਅਕਾਊਂਟਿੰਗ ਸਿੱਖਣ ਦੇ ਆਰਟ ਦੇ ਵਿੱਚ ਹੋਰ ਤੁਹਾਡੇ 'ਚ ਜਿਹੜਾ ਹੈ ਨਿਖਾਰ ਆਵੇਗਾ। ਜਿੰਨੀ ਮਿਹਨਤ ਕਰਦੇ ਜਾਵੋਗੇ ਓਨਾ ਹੀ ਨਿਖਾਰ ਆਵੇਗਾ। ਬਹੁਤ ਬਹੁਤ ਧੰਨਵਾਦ।